ਦ ਸਟੈਲਰ ਨਿਊਜ਼ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ, ਤਿੰਨ ਜੋ ਕਾਨੂੰਨ ਪਾਸ ਕੀਤੇ ਗਏ ਸੀ ਸਰਕਾਰ ਵੱਲੋਂ, ਉਹਦੇ ਉੱਤੇ ਇਹ 6ਵਾਂ ਮਹੀਨਾ ਹੋ ਚੁੱਕਾ ਜੋ ਚੱਲ ਰਿਹਾ ਹੈ। ਇਹਦੇ ਬਾਰੇ ਅਸੀਂ ਅਲੱਗ-ਅਲੱਗ ਕਿਸਾਨ ਆਗੂਆਂ ਦੇ ਵਿਚਾਰ ਪਹਿਲਾਂ ਵੀ ਤੁਹਾਡੇ ਤੱਕ ਪਹੁੰਚਾ ਚੁੱਕੇ ਹਾਂ ਤੇ ਅੱਜ ਵੀ ਸਾਡੇ ਨਾਲ ਕਿਸਾਨ ਆਗੂ ਗੁਰਨਾਮ ਸਿੰਘ ਸਿੰਗੜੀਵਾਲ ਜੀ ਜੁੜੇ ਨੇ। ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਇਹਨਾਂ ਦੇ ਵਿਚਾਰ ਜਿਹੜੇ ਆ ਤੁਹਾਡੇ ਤੱਕ ਪਹੁੰਚਦੇ ਕਰਾਂਗੇ। ਹਾਂਜੀ, ਸਤਿ ਸ੍ਰੀ ਅਕਾਲ ਗੁਰਨਾਮ ਸਿੰਘ ਜੀ। ਸਭ ਤੋਂ ਪਹਿਲਾਂ ਤਾਂ ਮੈਂ ਸਟੈਲਰ ਨਿਊਜ਼ ਤੇ ਹਰਪਾਲ ਲਾਡਾ ਜੀ ਤੁਹਾਡੇ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਤੇ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਨਾਮ ਸਿੰਘ ਜੀ, ਜਿੱਦਾਂ ਤੁਹਾਨੂੰ ਪਤਾ ਵੀ ਜਿਹੜਾ ਤੁਸੀਂ ਪਹਿਲੇ ਦਿਨ ਤੋਂ ਜੁੜੇ ਹੋਏ ਹੋ ਇਸ ਸੰਘਰਸ਼ ਨਾਲ, ਤੇ ਹੁਣ ਜਿਹੜਾ ਆ ਇਹ ਸੰਘਰਸ਼ ਆ 6ਵੇਂ ਮਹੀਨੇ 'ਚ ਐਂਟਰ ਕਰ ਚੁੱਕਾ ਆ ਤੇ ਕਿਸਾਨਾਂ ਵੱਲੋਂ ਇਹਨੂੰ ਸ਼ਾਂਤਮਈ ਰੱਖਿਆ ਜਾ ਰਿਹਾ ਬਿਲਕੁਲ। ਕੀ ਤੁਹਾਨੂੰ ਕੀ ਲੱਗਦਾ ਪਏ ਜਿਹੜਾ ਸ਼ਾਂਤਮਈ ਰਹਿ ਕੇ ਇਹ ਸੰਘਰਸ਼ ਜਿਹੜਾ ਆ ਫਤਿਹ ਕੀਤਾ ਜਾ ਸਕਦਾ? ਹਰਪਾਲ ਲਾਡਾ ਜੀ, ਦੇਖੋ ਜਿਹੜਾ ਇਸ ਸੰਘਰਸ਼ ਜਿਹੜੇ ਲੜੇ ਜਾਣੇ ਆ, ਹਕੂਮਤ ਜਿਹੜੀ ਆ ਦਹਿਸ਼ਤਗਰਦੀ ਆ ਜਿਹੜਾ ਜ਼ੋਰ ਆ ਉਹ ਇਸ ਕਦਰ ਆ ਕਿ ਪਹਿਲਾਂ ਵੀ ਬੜੇ ਸ਼ਾਂਤੀਪੂਰਵਕ ਜਿਹੜੇ ਪਿਛਲੇ ਜਿਹੜੀਆਂ ਐਜੀਟੇਸ਼ਨ ਅਸੀਂ ਜਦੋਂ ਦੇਖਦੇ ਹਾਂ, ਸੀਏ ਤਾਂ NCR ਦੇ ਸਮੇਂ ਦੀ ਵੀ ਲੋਕਾਂ ਨੇ ਸੰਘਰਸ਼ ਇਹਨਾਂ ਦੇ ਖਿਲਾਫ ਲੜਿਆ, ਚਾਹੇ ਧਾਰਾ 370 ਤੇ 35A ਜਦੋਂ ਤੋੜੀ ਆ ਉਦੋਂ ਵੀ ਉਹ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਸੰਘਰਸ਼ ਲੜੇ ਗਏ ਆ। ਲੇਕਿਨ ਹਕੂਮਤ ਨੇ ਜਿਸ ਦਹਿਸ਼ਤਗਰਦੀ ਦੇ ਨਾਲ, ਜਿਸ ਜ਼ਾਲਮਾਨਾ ਢੰਗ ਦੇ ਨਾਲ ਉਹਨਾਂ ਸੰਘਰਸ਼ਾਂ ਨੂੰ ਕੁਚਲਿਆ ਤੇ ਕਿਸਾਨ ਜਥੇਬੰਦੀਆਂ ਵਾਲੀਆਂ ਪਹਿਲੇ ਦਿਨ ਤੋਂ ਹੀ ਸ਼ਾਂਤੀਪੂਰਵਕ ਜਿਹੜਾ ਆਪਣਾ ਅੰਦੋਲਨ ਦੀ ਜਿਹੜੀ ਇਹ ਗੱਲ ਜਿਹੜੀ ਉਹ ਕਰਦੇ ਆ ਰਹੇ ਔਰ ਲਗਾਤਾਰ ਇਹ ਆਪਣਾ ਸਾਡਾ ਅੰਦੋਲਨ ਜਿਹੜਾ ਅੱਗੇ ਵਧ ਰਿਹਾ ਔਰ ਇਹ ਸ਼ਾਂਤਮਈ ਅੰਦੋਲਨ ਰੱਖਣ ਦੇ ਨਾਲ ਅੱਜ ਇਸ ਅੰਦੋਲਨ ਦੀ ਜਿਹੜੀ ਵੈਲਿਊ ਆ, ਜੇ ਤੁਸੀਂ ਦੇਖੋ ਤੇ ਵਰਲਡ ਦੀਆਂ ਜਿਹੜੀਆਂ ਵੱਡੀਆਂ ਅਖਬਾਰਾਂ ਆ ਜਿਵੇਂ ਦ ਵਾਸ਼ਿੰਗਟਨ ਪੋਸਟ, ਦ ਇਕਨੋਮਿਕਸ ਟਾਈਮ ਵਰਗੀਆਂ ਅਖਬਾਰਾਂ ਨੇ ਵੀ ਗੰਭੀਰਤਾ ਨਾਲ ਲੈ ਕੇ ਤੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਵਿੱਚ ਵੀ ਇਹਨਾਂ ਦੇ ਆਰਟੀਕਲ, CNN ਵਰਗੇ ਜਿਹੜੇ TV ਚੈਨਲ ਆ ਉਹਨਾਂ ਨੇ ਵੀ ਆਪਣੀਆਂ ਰਿਪੋਰਟਾਂ ਜਿਹੜੀਆਂ ਇਹਦੇ ਉੱਤੇ ਦਿੱਤੀਆਂ, BBC ਲੰਡਨ ਨੇ ਵੀ ਆਪਣੀਆਂ ਰਿਪੋਰਟਾਂ ਜਿਹੜੀਆਂ ਇਹਦੇ ਉੱਤੇ ਦਿੱਤੀਆਂ ਤੇ ਇਹ ਸ਼ਾਂਤਮਈ ਅੰਦੋਲਨ ਦੇ ਸਦਕਾ ਹੀ UN ਨੂੰ ਵੀ ਇਹਦੇ ਵਿੱਚ ਦਖਲਅੰਦਾਜ਼ਗੀ ਕਰਨੀ ਪਈ ਔਰ ਬੜੀ ਸਖਤੀ ਦੇ ਨਾਲ ਸਰਕਾਰ ਨੂੰ ਝਾੜ ਪਾਈ ਆ ਕਿ ਬਈ ਕਿਸਾਨਾਂ ਦੀ ਜਿਹੜੀਆਂ ਮੰਗਾਂ ਆ ਉਹਦੇ ਵਿੱਚ ਧਿਆਨ ਦਿੱਤਾ ਜਾਵੇ ਔਰ ਸਰਕਾਰ ਜਿਹੜੀ ਆ ਉਹਨੂੰ ਬੈਕਫੁੱਟ ਤੇ ਆਉਣਾ ਪਿਆ। ਇਸ ਕਰਕੇ ਇਹ ਅੰਦੋਲਨ ਜਿਹੜਾ ਮੈਂ ਬਿਲਕੁਲ ਵਿੱਚ ਤੁਹਾਡੀ ਗੱਲ ਟੋਕ ਰਿਹਾ, ਬਿਲਕੁਲ ਸਹੀ ਆ ਵੀ ਸ਼ਾਂਤਮਈ ਜਿਹੜਾ ਚੱਲਣ ਨਾਲ ਇੰਟਰਨੈਸ਼ਨਲ ਲੈਵਲ ਤੱਕ ਇਹ ਪਹੁੰਚ ਚੁੱਕਾ ਆ ਹੁਣ। ਪਰ ਇੱਕ ਗੱਲ ਜਿਹੜੀ ਜੇ ਮੈਂ ਤੁਹਾਨੂੰ ਪੁੱਛਾਂ ਵੀ ਜਿਹੜਾ 26 ਤਰੀਕ ਦਾ ਜਿਹੜਾ ਹੋਇਆ ਸੀ, ਜੋ ਵੀ ਵਾਕਿਆ ਹੋਇਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਆ? ਦੇਖੋ 26 ਜਨਵਰੀ ਨੂੰ ਜੋ ਕੁਝ ਉੱਥੇ ਵਾਪਰਿਆ, ਜਿਹੜੇ ਕਿਸਾਨ ਸੀ ਬਿਲਕੁਲ ਉਹ ਆਪਣਾ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਉਹ ਦਿੱਲੀ ਰਿੰਗ ਰੋਡ ਦੇ ਉੱਤੇ ਜਾ ਰਹੇ ਸੀਗੇ ਤੇ ITO ਦੇ ਵਾਲੀ ਸਾਈਡ ਔਰ ਗਾਜ਼ੀਪੁਰ ਵਾਲੀ ਸਾਈਡ ਪੁਲਿਸ ਨੇ ਕਿਸਾਨਾਂ ਦੇ ਉੱਥੇ ਲਾਠੀ ਚਾਰਜ ਤੇ ਅਥਰੂ ਗੈਸ ਤੇ ਕਿਸਾਨਾਂ ਦੇ ਨਾਲ ਬੜੀ ਉੱਥੇ ਬਦਸਲੂਕੀ ਜਿਹੜੀ ਕੀਤੀ ਆ। ਉਸ ਦੇ ਕਾਰਨ ਥੋੜ੍ਹੀਆਂ ਘਟਨਾਵਾਂ ਜ਼ਰੂਰ ਵਾਪਰੀਆਂ ਤੇ ਜੇਕਰ ਤੁਸੀਂ ਲਾਲ ਕਿਲ੍ਹੇ ਤੇ ਦੇਖੋ, ਤੁਸੀਂ ਸਾਰਾ ਉਸ ਵੇਲੇ ਦਾ ਸਾਰਾ ਵਾਚ ਕੇ ਦੇਖੋ ਤੇ ਬੜੀ ਪੀਸਫੁਲੀ ਕਿਸਾਨਾਂ ਨੇ ਉੱਥੇ ਬੜੇ ਰਹੇ ਆ, ਉੱਥੇ ਕੋਈ ਇਹੋ ਜਿਹੀ ਗੱਲ ਨਹੀਂ ਹੋਈ। ਤੇ ਜਿਹੜਾ 26 ਤਰੀਕ ਤੋਂ ਬਾਅਦ ਆ ਕੁਛ ਇਹ ਵੀ ਦੇਖਣ ਵਿੱਚ ਆਇਆ, ਜਿਹੜਾ ਕਿਸਾਨ ਆਗੂਆਂ ਦੇ ਵਿੱਚ ਤਾਂ ਜਾਂ ਜਿਹੜੇ ਯੂਥ ਦੇ ਕੁਛ ਲੀਡਰ ਆ, ਜੇ ਆਪਾਂ ਖਾਸ ਗੱਲ ਕਰੀਏ ਦੀਪ ਸਿੱਧੂ ਬਾਰੇ, ਜਿਹੜਾ ਦੀਪ ਸਿੱਧੂ ਦੀ ਗ੍ਰਿਫਤਾਰੀ ਆ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਜਿੱਥੇ ਦੀਪ ਸਿੱਧੂ ਔਰ ਲੱਖਾ ਸਦਾਣਾ ਦੇ ਗੱਲਬਾਤ ਆਉਂਦੀ ਆ ਇਹਨਾਂ ਬਾਰੇ ਤੇ ਜਾਂ ਜਿਹੜੀ ਕਿਸਾਨਾਂ ਦੇ ਨਾਲ ਮਤਭੇਦ ਦੀ ਗੱਲਬਾਤ ਆ ਰਹੀ ਆ, ਸਾਨੂੰ ਕਿਸੇ ਦੇ ਨਾਲ ਵੀ ਚਾਹੇ ਦੀਪ ਸਿੱਧੂ ਵੀ ਹੋਵੇ ਵਿਚਾਰਕ ਮਤਭੇਦ ਤਾਂ ਹੋ ਸਕਦੇ ਆ, ਲੇਕਿਨ ਜੇ ਤੁਸੀਂ ਦੇਖੋ ਵੀ ਦੀਪ ਸਿੱਧੂ ਹੋਣੀ ਤੇ ਲੱਖੇ ਸਦਾਣੇ ਹੋਣੀ ਵੀ ਇਸ ਮੂਵਮੈਂਟ ਨੂੰ ਸਿਖਰਾਂ ਤੇ ਪਹੁੰਚਾਉਣ ਦੇ ਲਈ ਜੀ ਜਾਨ ਨਾਲ ਦਿਨ ਰਾਤ ਇੱਕ ਕਰਕੇ ਇਹਦੇ ਵਿੱਚ ਪੂਰੀ ਆਪਣੀ ਹਿੱਸੇਦਾਰੀ ਪਾਈ ਆ। ਮੈਂ ਸਮਝਦਾ ਹਾਂ ਕਿ ਬਈ ਜਿਸ ਤਰੀਕੇ ਦੇ ਨਾਲ ਹੁਣ ਕਿਸਾਨ ਲੀਡਰਸ਼ਿਪ ਨੇ ਆਪਣੀਆਂ ਕੁਛ ਗਲਤੀਆਂ ਵੀ ਆ ਪਿਛਲੇ ਦਿਨਾਂ 'ਚ ਤੁਸੀਂ ਦੇਖੋ, ਇੰਟਰਵਿਊ ਉਹਨਾਂ ਦੀਆਂ ਬਲਦੇਵ ਸਿੰਘ ਸਿਰਸੇ ਉਹਨਾਂ ਦੀਆਂ, ਅਮਨਜੀਤ ਸਿੰਘ ਰਾਏ ਉਹਨਾਂ ਦੀਆਂ ਇੰਟਰਵਿਊ ਦੇਖੋ ਤੁਸੀਂ, ਉਹ ਮੰਨ ਰਹੇ ਆ ਕਿ ਬਈ ਕੁਝ ਸਾਡੇ ਤੋਂ ਵੀ ਗਲਤੀਆਂ ਹੋਈਆਂ ਵੀ ਇਹ ਭਵਿੱਖ 'ਚ ਸਾਨੂੰ ਨਹੀਂ ਹੋਣੀ ਚਾਹੀਦੀਆਂ ਤੇ ਨੌਜਵਾਨਾਂ ਦੇ ਸਾਥ ਤੋਂ ਬਗੈਰ ਅਸੀਂ ਇਹ ਜਿਹੜਾ ਸੰਘਰਸ਼ ਆ ਉਹ ਨਹੀਂ ਜਿੱਤ ਸਕਦੇ। ਯਾਨੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਪਏ ਜਿਹੜਾ ਇੱਕ ਕਿਸਾਨ ਆਗੂਆਂ ਵਿੱਚ ਜਾਂ ਜਿਹੜਾ ਯੂਥ ਵਿੱਚ ਆ ਥੋੜ੍ਹਾ ਇੱਕ ਪਾੜ ਪੈਣ ਦੀ ਕੁਛ ਹੋਇਆ ਸੀ ਥੋੜ੍ਹਾ ਬਹੁਤਾ? ਹਾਂਜੀ, ਇਹ ਐਡਾ ਵੱਡਾ ਅੰਦੋਲਨ ਹੈਗਾ ਲਾਡਾ ਜੀ ਤੇ ਉਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਆਉਣੀਆਂ ਸੁਭਾਵਿਕ ਹੁੰਦੀਆਂ ਆ। ਯੂਥ ਜਿਹੜਾ ਉਹ ਹੋਰ ਢੰਗ ਨਾਲ ਸੋਚ ਰੱਖਦਾ ਥੋੜ੍ਹਾ
ਤੇ ਉਹਨਾਂ ਦੀ ਸੋਚ ਜਿਹੜੀ ਤਿੱਖੀ ਸੋਚ ਹੁੰਦੀ ਆ। ਜੇ ਅਸੀਂ ਕਿਸਾਨ ਲੀਡਰਸ਼ਿਪ ਜਿਹੜੀ ਆ ਜੇ ਉਹਨਾਂ ਦੇ ਤੌਰ ਤੇ ਦੇਖੋਗੇ ਤੇ ਉਹਨਾਂ ਦੇ ਸਿਰ ਜ਼ਿੰਮੇਵਾਰੀ ਵੀ ਵੱਡੀ ਆ, ਤੇ ਇਸ ਕਰਕੇ ਉਹ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਕਈ ਵਾਰੀ ਦੋਨਾਂ ਦੇ ਵਿੱਚ ਇਹ ਫਰਕ ਆਉਣਾ ਜਿਹੜਾ ਕਿਤੇ ਨਾ ਕਿਤੇ ਥੋੜਾ ਸੁਭਾਵਿਕ ਸੀਗਾ, ਲੇਕਿਨ ਹੁਣ ਕਾਫੀ ਕੁਝ ਸਹੀ ਮੁੜ ਕੇ ਫੇਰ ਗੱਡੀ ਲਈ ਤੇ ਆ ਗਈ ਆ। ਦੀਪ ਸਿੱਧੂ ਤੋਂ ਬਾਅਦ ਜੇ ਲੱਖਾ ਸਿਧਾਣਾ ਦੀ ਗੱਲ ਕੀਤੀ ਜਾਵੇ, ਲੱਖਾ ਸਿਧਾਣਾ ਦਾ ਬਾਂਟਡ ਹੁੰਦੇ ਹੋਏ ਰੈਲੀ ਦੇ ਵਿੱਚ ਆਉਣਾ, ਉੱਥੇ ਭਾਸ਼ਣ ਕਰਨਾ ਤੇ ਉਸ ਤੋਂ ਬਾਅਦ ਨਿਕਲ ਜਾਣਾ, ਇਹਦੇ ਬਾਰੇ ਤੁਸੀਂ ਪ੍ਰਸ਼ਾਸਨ ਦੇ ਜਾਂ ਸਰਕਾਰ ਨੂੰ ਕੀ ਕਹੋਗੇ? ਦੇਖੋ, ਲੱਖਾ ਸਿਧਾਣਾ ਕੋਈ ਸਧਾਰਨ ਵਿਅਕਤੀ ਨਹੀਂ ਹੁਣ ਰਹਿ ਗਿਆ ਆ, ਉਹ ਇੱਕ ਲੋਕ ਲਹਿਰ ਦਾ ਉਹ ਬਹੁਤ ਵੱਡਾ ਨਾਇਕ ਆ, ਤੇ ਉਹਨੇ ਇੱਕ ਸੱਦਾ ਦਿੱਤਾ। ਲੱਖਾਂ ਦੀ ਤਾਦਾਦ ਦੇ ਵਿੱਚ ਤੁਸੀਂ ਦੇਖੋ ਉਦੋਂ ਮਹਾਰਾਜ ਦੀ ਧਰਤੀ ਤੇ ਮਤਲਬ ਨੌਜਵਾਨ ਔਰ ਬਜ਼ੁਰਗ ਵੀ ਉਹਦੀ ਔਰ ਮਾਤਾਵਾਂ ਵੀ ਸਾਡੀਆਂ, ਬੱਚੀਆਂ ਵੀ ਸਾਡੀਆਂ ਉੱਥੇ ਉਹਦੀ ਇੱਕ ਮਤਲਬ ਕਾਲ ਦੇ ਉੱਤੇ ਵੱਡੀ ਪੱਧਰ ਤੇ ਗਏ ਆ। ਲੱਖਾ ਸਿਧਾਣਾ ਜਿਹੜਾ ਕੋਈ ਸਧਾਰਨ ਵਿਅਕਤੀ ਨਹੀਂ ਆ, ਤੇ ਉਹਦੀ ਲੀਡਰਸ਼ਿਪ ਨੂੰ ਨੌਜਵਾਨ ਜਿਹੜੇ ਆ ਉਹ ਬੜੀ ਬਖੂਬੀ ਨਾਲ ਸਮਝਦੇ ਆ। ਉਸ ਦਿਨ ਜੋ ਕੁਝ ਵੀ ਉਹਨੇ ਕਿਹਾ, ਉਹਨੇ ਲਹਿਰ ਨੂੰ ਮਜ਼ਬੂਤ ਕਰਨ ਲਈ ਕਿਹਾ, ਤੇ ਕਿਸਾਨ ਲੀਡਰਸ਼ਿਪ ਨੂੰ ਵੀ ਉਹਨੇ ਜਿਹੜਾ ਆ ਉਹ ਆਪਣਾ ਜਿਹੜਾ ਸਹਿਯੋਗ ਦੇਣ ਦਾ ਜਿਹੜਾ ਉਹ ਵਚਨਬੱਧਤਾ ਦੁਹਰਾਈ ਆ। ਇਸ ਕਰਕੇ ਸਾਡੀ ਕਿਸਾਨ ਲੀਡਰਸ਼ਿਪ ਨੂੰ ਵੀ ਜ਼ਿੰਮੇਵਾਰੀ ਬਣਦੀ ਆ ਵੀ ਉਹ ਵੀ ਲੱਖੇ ਸਿਧਾਣੇ ਦੀ ਜਿਹੜੀ ਇਹ ਅਪੀਲ ਆ ਗੰਭੀਰ, ਉਹਨੂੰ ਗੰਭੀਰਤਾ ਨਾਲ ਸੋਚ ਕੇ ਉਹਨੂੰ ਨੇੜੇ ਕਰਨਾ ਚਾਹੀਦਾ। ਦੇਖੋ 26 ਤਰੀਕ ਨੂੰ ਸਭ ਤੋਂ ਪਹਿਲਾਂ ਤਾਂ ਵੱਡੇ ਸਵਾਲ ਉੱਠਦੇ ਆ ਵੀ ਜਿਹੜਾ ਕਿਸਾਨਾਂ ਦਾ ਲਾਲ ਕਿਲੇ ਤੱਕ ਪਹੁੰਚਣਾ, ਉਸ ਤੋਂ ਬਾਅਦ ਸਾਰਾ ਉੱਥੇ ਜੋ ਵੀ ਵਾਕਿਆ ਹੁੰਦਾ, ਉਸ ਤੋਂ ਬਾਅਦ ਜਿਹੜੀ ਕਿਸਾਨਾਂ ਦੀ ਗ੍ਰਿਫਤਾਰੀ ਹੋਈ ਆ ਤੇ ਉਹ ਬਿਨਾਂ ਯਾਨੀ ਕਿ ਉਹਦੇ ਵਿੱਚ ਕੋਈ ਕਿਸਾਨ ਆਗੂ ਗ੍ਰਿਫਤਾਰ ਨਹੀਂ ਹੋਇਆ, ਜਿਹੜੇ ਹੋਏ ਆ ਸਾਰੇ ਨਿਰਦੋਸ਼ ਹੋਏ ਆ ਗ੍ਰਿਫਤਾਰ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ 26 ਜਨਵਰੀ ਜਿਹੜੀਆਂ ਘਟਨਾਵਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਉੱਥੇ ਨਿਸ਼ਾਨ ਸਾਹਿਬ ਦਾ ਉੱਥੇ ਜਿਹੜਾ ਖਾਲੀ ਪੋਲ ਦੇ ਉੱਤੇ ਲਹਿਰਾਉਣਾ, ਜਾਂ ਉੱਥੇ ਕਿਸਾਨੀ ਦੇ ਝੰਡੇ ਨੂੰ ਚਲਾਉਣਾ, ਜਾਂ ਤਿਰੰਗੇ ਝੰਡੇ ਨੂੰ ਉੱਥੇ ਚਲਾਉਣਾ, ਉਹ ਪਿਛਲੇ 2 ਮਹੀਨਿਆਂ ਤੋਂ ਕਿਸਾਨ ਜਿਹੜੇ ਸੀਗੇ ਉਹ ਜਿਸ ਮਤਲਬ ਬੜੀਆਂ ਔਕੜਾਂ ਦੇ ਵਿੱਚ ਰਹਿ ਕੇ ਮਤਲਬ ਉਹ ਉੱਥੇ ਸੰਘੂ ਬਾਰਡਰ ਤੇ, ਚਾਹੇ ਟਿਕਰੀ ਬਾਰਡਰ ਤੇ, ਚਾਹੇ ਗਾਜ਼ੀਪੁਰ ਬਾਰਡਰ ਤੇ ਜਿਹੜੀਆਂ ਉਹਦੀਆਂ ਦੁੱਖਾਂ ਤਕਲੀਫਾਂ ਜਿਹੜੀਆਂ ਸੀਗੀਆਂ, ਸਰਕਾਰ ਨੇ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਤੇ ਉੱਥੇ ਉਸ ਵੇਲੇ ਗੁੱਸੇ ਦੇ ਵਿੱਚ ਆ ਕੇ ਹਾਂਜੀ ਇੱਕ ਆਪਣੀ ਰੋਸ ਦਾ ਪ੍ਰਗਟਾਵਾ ਕਰਨ ਦੇ ਲਈ ਉੱਥੇ ਨਿਸ਼ਾਨ ਸਾਹਿਬ ਵੀ ਚਲਾਏ ਗਏ ਆ, ਉੱਥੇ ਕਿਸਾਨੀ ਦੇ ਝੰਡੇ ਵੀ ਚਲਾਏ ਗਏ, ਉੱਥੇ ਤਿਰੰਗਾ ਵੀ ਚਲਾਇਆ ਗਿਆ। ਹਾਂਜੀ, ਇਹ ਲੋਕਾਂ ਦੇ ਰੋਹ ਦਾ ਸਰਕਾਰ ਦੇ ਖਿਲਾਫ ਪ੍ਰਗਟਾਵਾ ਸੀਗਾ। ਨਹੀਂ, ਪਰ ਜੇ ਦੇਖਿਆ ਜਾਵੇ ਤਾਂ ਇਹਦੇ ਵਿੱਚ ਆਪਣਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਤੇ ਸਰਕਾਰ ਆ ਜਿਹੜੀ ਇਹ ਜ਼ਿੰਮੇਦਾਰ ਨਹੀਂ ਪਏ ਆਪਣੇ ਜਿੱਥੇ ਉੱਥੇ ਤੱਕ ਕਿੱਦਾਂ ਇਹ ਕਿਸਾਨ ਆਗੂ ਪਹੁੰਚ ਕਿੱਦਾਂ ਗਏ, ਜਾਂ ਕਿਸਾਨ ਜਿਹੜੇ ਬਾਕੀ ਵੀ ਪਹੁੰਚੇ ਉੱਥੇ ਕਿੱਦਾਂ ਪਹੁੰਚੇ ਇਹ ਇੰਨੀ ਸਖਤੀ ਹੋਣ ਦੇ ਬਾਵਜੂਦ? ਹਾਂਜੀ ਲਾਡੀ, ਮੈਂ ਉਹ ਉੱਧਰ ਆਉਣ ਲੱਗਾ ਸੀਗਾ, ਤੁਹਾਡੀ ਉਸ ਪਾਸੇ ਨੂੰ ਵੀ ਆਉਣ ਲੱਗਾ। ਦੇਖੋ ਇਹ ਸਾਰੀ ਜਿਹੜੀ ਜ਼ਿੰਮੇਵਾਰੀ ਜਿਹੜੀ ਸੀ ਵੀ ਇਹ ਐਜੀਟੇਸ਼ਨ ਜਿਹੜੀ ਆ ਉਸ ਦਿਨ ਦੀ ਜਿਹੜੀ ਆ ਉਹ ਸ਼ਾਂਤੀਪੂਰਵਕ ਰਹੇ, ਉਹ ਗ੍ਰਹਿ ਮੰਤਰਾਲੇ ਦੀ ਜਿਹੜੀ ਜ਼ਿੰਮੇਵਾਰੀ ਸੀਗੀ। ਔਰ ਕਿਤੇ ਨਾ ਕਿਤੇ ਇਹ ਗੱਲ ਲੱਗਦੀ ਆ ਕਿ ਸਰਕਾਰ ਚਾਹੁੰਦੀ ਸੀਗੀ ਕਿ ਵੀ ਨੌਜਵਾਨ ਉੱਧਰ ਜਾਣ, ਕੋਈ ਹੁੱਲੜਬਾਜੀ ਇਸ ਤਰੀਕੇ ਦੀ ਕਰਨ, ਕੋਈ ਤਿਰੰਗੇ ਦਾ ਅਪਮਾਨ ਕਰਨ, ਜਾਂ ਕੋਈ ਇਹੋ ਜਿਹੀ ਘਟਨਾ ਕੁਛ ਉੱਧਰ ਵਾਪਰੇ ਵੀ ਸਰਕਾਰ ਨੂੰ ਇਸ ਅੰਦੋਲਨ ਨੂੰ ਕੁਚਲਣ ਦਾ ਰਾਹ ਲੱਭ ਪਏ। ਔਰ ਤੁਸੀਂ ਦੇਖਿਆ ਵੀ 27 ਔਰ 28 ਤਰੀਕ ਨੂੰ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਬੁਰਸ਼ਾਗਰਦੀ ਕਰਨ ਦੀ ਕੋਸ਼ਿਸ਼ ਕੀਤੀ, ਬੇਸ਼ੱਕ ਉਹ ਤੁਸੀਂ ਦੂਸਰੇ ਪਾਸੇ ਦੇਖ ਸਕਦੇ ਜਿੱਦਾਂ ਗਾਜ਼ੀਪੁਰ ਬਾਰਡਰ ਦੇ ਉੱਤੇ ਵੀ, ਤੇ ਦੂਸਰੇ ਪਾਸੇ ਸਿੰਘੂ ਬਾਰਡਰ ਤੇ ਵੀ ਜਿਸ ਤਰੀਕੇ ਦੇ ਨਾਲ ਉੱਥੇ ਹਜੂਮ ਇਕੱਠਾ ਕਰਕੇ ਲਿਜਾ ਕੇ ਅੰਦੋਲਨਕਾਰੀਆਂ ਉੱਤੇ ਜਿਹੜਾ ਹਮਲਾ ਕੀਤਾ, ਤੇ ਉਹ ਸਰਕਾਰ ਦੀ ਜਿਹੜੀ ਉਸ ਗੁੰਡਾਗਰਦੀ ਦੀ ਜਿਹੜੀ ਮਨਸ਼ਾ ਆ, ਤੁਸੀਂ ਇਹੋ ਹੀ ਘਟਨਾਕ੍ਰਮ ਨੂੰ ਜਿਹੜੇ ਤੁਸੀਂ ਸੀਏ NCR ਦੀ ਜਿਵੇਂ ਸ਼ਾਹੀਨ ਬਾਗ 'ਚ ਉਸ ਮੋਰਚੇ ਨੂੰ ਤਹਿਸ ਨਹਿਸ ਕੀਤਾ, ਤੇ ਇਹ ਵੀ ਉਸੇ ਤਰੀਕੇ ਦੇ ਨਾਲ ਇਹਨੇ ਇੱਕ ਵਾਰੀ ਫਿਰ ਉਹ ਹੱਲਾ ਬੋਲਿਆ ਸੀ ਜਿਸ ਨੂੰ ਜਾਣੀ ਕਿ ਕਿਸਾਨਾਂ ਦੀ ਇੱਕ ਮੁਠਤਾ ਨੇ। ਔਰ ਉਸ ਵੇਲੇ ਰਕੇਸ਼ ਟਕੈਤ ਜੀ ਦੀ ਜਿਹੜੀ ਭਾਵੁਕ ਜਿਹੜੀ ਉਹ ਅਪੀਲ ਸੀਗੀ, ਉਸ ਅਪੀਲ ਨੇ ਮਤਲਬ ਇਸ ਲਹਿਰ ਦੇ ਵਿੱਚ ਇੰਨੀ ਕੁ ਜਾਨ ਫੂਕ ਦਿੱਤੀ ਕਿ ਇਹ ਅੰਦੋਲਨ ਜਿਹੜਾ ਆ ਉਹ ਪਹਿਲਾਂ ਨਾਲੋਂ ਵੀ ਕਈ ਗੁਣਾ ਜਿਹੜਾ ਉਹ ਜ਼ਿਆਦਾ ਫੈਲ ਚੁੱਕਾ। ਦੇਖੋ ਕਿਸਾਨਾਂ ਦੇ ਜਿਹੜੇ ਧਰਨੇ ਆ ਉਹਦੇ ਉੱਤੇ ਪੱਥਰਬਾਜੀ ਹੋਣੀ, ਇੱਕ ਹੋਰ ਬਹੁਤ ਵੱਡਾ ਸਵਾਲ ਉੱਠਦਾ ਵੀ ਜਿਹੜਾ ਇਹਨੂੰ ਵਾਰ-ਵਾਰ ਖਾਲਿਸਤਾਨ ਨਾਲ ਜੋੜਿਆ ਜਾ ਰਿਹਾ। 26 ਤਰੀਕ ਦਾ ਵੀ ਜਿਹੜਾ ਵਾਕਿਆ ਉਹ 'ਚ ਵੀ ਤੇ ਪਹਿਲਾਂ ਵੀ ਉਸ ਤੋਂ ਬਾਅਦ ਵੀ ਵਾਰ-ਵਾਰ ਜਿਹੜਾ ਖਾਲਿਸਤਾਨ ਨਾਲ ਇਹਨੂੰ ਜੋੜਨਾ, ਇਹਦੇ ਬਾਰੇ ਤੁਸੀਂ ਆਪਣੇ ਕੀ ਵਿਚਾਰ ਦਿਓਗੇ? ਦੇਖੋ ਸਰਕਾਰ ਦਾ ਇਹੋ ਹੀ ਆ ਵੀ ਇਹਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਗਲਤ ਰੰਗਤ ਜਿਹੜੀ ਦੇ ਕੇ ਤਾਂ ਇਹਨੂੰ ਕੁਚਲਿਆ ਜਾਵੇ ਇਸ ਸੰਘਰਸ਼ ਨੂੰ। ਔਰ ਸੰਘਰਸ਼ ਜਿਹੜਾ ਆ ਲੀਡਰਸ਼ਿਪ ਨੇ ਬੜੇ ਪੀਸਫੁਲੀ ਰੱਖ ਕੇ
ਤੇ ਸਰਕਾਰ ਨੂੰ ਕੋਈ ਮੌਕਾ ਨਹੀਂ ਦਿੱਤਾ। ਰਹੀ ਗੱਲ ਖਾਲਿਸਤਾਨ ਦੀ, ਖਾਲਿਸਤਾਨ ਦੇ ਉੱਤੇ ਸੁਪਰੀਮ ਕੋਰਟ ਦਾ ਜਿਹੜਾ ਆ ਉਹ ਡਿਸੀਜਨ ਹੋ ਚੁੱਕਾ ਆ ਵੀ ਪੀਸਫੁਲੀ ਜਿਹੜਾ ਆ ਤੁਸੀਂ ਖਾਲਿਸਤਾਨ ਦੀ ਜਿਹੜੀ ਉਹ ਮੰਗ ਕਰ ਸਕਦੇ ਆ। ਲੇਕਿਨ ਕਿਸੇ ਵੀ ਲੀਡਰ ਨੇ ਉੱਥੇ ਜਾ ਕੇ, ਕਿਸੇ ਵੀ ਇੱਕ ਵੀ ਪਰਸਨ ਨੇ ਉੱਥੇ ਖਾਲਿਸਤਾਨ ਦੀ ਕੋਈ ਜ਼ਿਕਰ ਨਹੀਂ ਕੀਤਾ। ਸਰਕਾਰ ਜਾਣ ਬੁੱਝ ਕੇ ਮਤਲਬ ਉਹ ਖਾਲਿਸਤਾਨ ਦੀ ਗੱਲ ਨੂੰ ਉਭਾਰ ਕੇ ਤੇ ਇਸ ਅੰਦੋਲਨ ਨੂੰ ਕੁਚਲਣਾ ਚਾਹੁੰਦੀ ਆ। ਇੱਕ ਇਹ ਵੀ ਦੇਖਣ ਵਿੱਚ ਆਇਆ ਜਿੱਦਾਂ ਫੋਰਨ ਕੰਟਰੀ ਵਿੱਚ ਵੀ ਜਾਂ ਇੱਥੇ ਵੀ ਸਰਕਾਰ ਦੇ ਖਿਲਾਫ ਹੋਣਾ ਜਾਂ ਸਰਕਾਰ ਦੇ ਪੱਖ 'ਚ ਹੋਣਾ ਇੱਕ ਅਲੱਗ ਆਪਣਾ ਆਪਣਾ ਮੈਟਰ ਹੁੰਦਾ, ਪਰ ਇਹਦੇ ਵਿੱਚ ਜਿਹੜੀ ਇੱਕ ਭਾਈਚਾਰਕ ਸਾਂਝ ਆ ਉਹ ਵੀ ਇੱਕ ਖਰਾਬ ਹੋ ਰਹੀ ਆ ਜਾਂ ਆਪਸ ਵਿੱਚ ਕੁਝ ਲੋਕ ਲੜ ਵੀ ਰਹੇ ਨੇ, ਕੁਝ ਵੀਡੀਓ ਵੀ ਸਾਹਮਣੇ ਆਈਆਂ। ਇਹਦੇ ਬਾਰੇ ਤੁਸੀਂ ਕੀ ਇੱਕ ਸੁਨੇਹਾ ਦੇਣਾ ਚਾਹੋਗੇ ਸਭ ਨੂੰ? ਬਿਲਕੁਲ ਤੁਸੀਂ ਸਹੀ ਆਹ ਸਵਾਲ ਕੀਤਾ, ਕਿਉਂਕਿ ਇਹ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਵੀ, ਅਮਰੀਕਾ ਵਿੱਚ ਵੀ ਕੁਝ ਘਟਨਾਵਾਂ, ਆਸਟ੍ਰੇਲੀਆ 'ਚ ਵੀ ਪਹਿਲਾਂ ਇੱਕ ਘਟਨਾ ਵਾਪਰੀ ਸੀਗੀ ਵੀ ਕੁਝ ਲੋਕ ਜਿਹੜੇ ਆ ਉਹ ਤਿਰੰਗਾ ਲੈ ਕੇ ਗੁਰਦੁਆਰੇ ਵਾਲੀ ਸਾਈਡ ਨੂੰ ਆਏ ਆ, ਲੇਕਿਨ ਉੱਥੇ ਸਮੇਂ ਸਿਰ ਜਿਹੜਾ ਆ ਉੱਥੇ ਦੀ ਪ੍ਰਸ਼ਾਸਨ ਨੇ ਇਹਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਹਨੂੰ ਵਧੀਆ ਤਰੀਕੇ ਨਾਲ ਹੈਂਡਲ ਕੀਤਾ। ਲੇਕਿਨ ਮੈਂ ਇੱਥੇ ਸਮਝਦਾ ਕਿ ਉਹ ਜਿਹੜੀ ਸ਼ਰਾਰਤਬਾਜ਼ੀ ਆ ਉਹ ਬੜੀ ਮੰਦਭਾਗੀ ਆ ਤੇ ਜਿਹੜੇ ਲੋਕਾਂ ਦੇ ਹਿੱਤ ਆ ਉਹ ਸਰਕਾਰ ਕੁਚਲ ਰਹੀ ਆ ਔਰ ਧੱਕੇ ਦੇ ਨਾਲ ਜਿਹੜੇ ਕਾਨੂੰਨ ਆ ਉਹ ਲੋਕਾਂ ਦੇ ਉੱਤੇ ਥੋਪ ਰਹੀ ਆ। ਜਿਨ੍ਹਾਂ ਲਈ ਉਹ ਕਾਨੂੰਨ ਬਣਾਏ ਜਾ ਰਹੇ ਆ ਉਹ ਤਾਂ ਕਿਸਾਨ ਜਥੇਬੰਦੀਆਂ ਨਾਲ ਤਾਂ ਇੱਕ ਵਾਰ ਵੀ ਡਿਸਕਸ ਨਹੀਂ ਪਹਿਲਾਂ ਕੀਤਾ ਕਿ ਵੀ ਇਹ ਅਸੀਂ ਕਾਨੂੰਨ ਲੈ ਕੇ ਆ ਰਹੇ ਹਾਂ। ਮੇਰਾ ਕਹਿਣ ਤੋਂ ਭਾਵ ਆ ਬਈ ਜਿਹਦੇ ਪੱਖ ਦੇ ਵਿੱਚ ਉਹ ਰੈਲੀਆਂ ਲੋਕ ਉਹ ਕਰਨਾ ਚਾਹੁੰਦੇ ਆ ਤੇ ਸਰਕਾਰ ਤਾਂ ਬੈਠੀ ਉਹਨਾਂ ਦਾ ਪੱਖ ਪੂਰਨ ਵਾਸਤੇ, ਤੇ ਸਰਕਾਰ ਤਾਂ ਖੁਦ ਇੱਕ ਬਹੁਤ ਵੱਡੀ ਤਾਕਤ ਹੈਗੀ ਆ ਸਰਕਾਰ, ਤੇ ਸਰਕਾਰ ਤਾਂ ਉਹ ਆਪਣਾ ਜਿਹੜਾ ਪੱਖ ਆ ਉਹਦੇ ਕੋਲ ਇੰਨਾ ਪ੍ਰਸ਼ਾਸਨ ਆ, ਹਰ ਤਰ੍ਹਾਂ ਦਾ ਜਿਹੜਾ ਆ ਉਹ ਹੈਂਡਲ ਆਪਣੇ ਢੰਗ ਨਾਲ ਲੱਗੇ ਉਹ ਕਰਨ, ਔਰ ਉਹ ਤਾਂ ਇਹਨੂੰ ਤਹਿਸ ਨਹਿਸ ਕਰਨਾ ਚਾਹੁੰਦੇ ਆ। ਜਿਹੜੇ ਇਹੋ ਜਿਹੇ ਸ਼ਰਾਰਤੀ ਅਨਸਰ ਆ ਉਹਨਾਂ ਨੂੰ ਬਾਜ਼ ਆਉਣਾ ਚਾਹੀਦਾ ਆ। ਜਿਹੜੀ ਸਾਡੀ ਭਾਈਚਾਰਕ ਸਾਂਝ ਆ, ਗੁਰੂ ਸਾਹਿਬਾਨ ਨੇ ਸਾਨੂੰ ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੇ ਵਾਰਾ ਜੀਓ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਾਨੂੰ ਸਾਰਿਆਂ ਨੂੰ ਉਸ ਸਰਬੱਤ ਦੇ ਭਲੇ ਦੀ ਜਿਹੜੀ ਵਿਵਸਥਾ ਦੇ ਨਾਲ ਜੋੜਿਆ ਆ ਔਰ ਭਾਈਚਾਰਕ ਸਾਂਝ ਜਿਹੜੀ ਆ ਗੁਰੂ ਸਾਹਿਬ ਨੇ ਸਾਨੂੰ ਪੈਦਾ ਕਰਕੇ ਦਿੱਤੀ ਹੋਈ ਆ, ਤੇ ਇਹੋ ਜਿਹੀਆਂ ਘਟਨਾਵਾਂ ਨਾਲ ਉਹ ਸਾਡੀ ਜਿਹੜੀ ਆ ਸਾਂਝ ਜਿਹੜੀ ਆ ਉਹ ਨਹੀਂ ਟੁੱਟਣ ਲੱਗੀ, ਤੇ ਇਹੋ ਜਿਹੇ ਲੋਕਾਂ ਨੂੰ ਜਿਹੜੀ ਮੂੰਹ ਦੀ ਖਾਣੀ ਪਊਗੀ। ਜੇ ਕਿਸਾਨੀ ਸੰਘਰਸ਼ ਦੀ ਅਸੀਂ ਗੱਲ ਕਰੀਏ, ਇਹਦੇ ਵਿੱਚ ਜਿਹੜੀ ਆ ਪੰਜਾਬੀ ਆਪਣੀ ਮਿਊਜ਼ਿਕ ਇੰਡਸਟਰੀ ਜਾਂ ਪੰਜਾਬੀ ਸਾਰੇ ਸਿੰਗਰ ਆ, ਪੰਜਾਬੀ ਕਲਾਕਾਰ ਸਾਰੇ ਆ, ਇਹਨਾਂ ਨੇ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ। ਇੱਥੋਂ ਤੱਕ ਕਿ ਉਸ ਤੋਂ ਬਾਅਦ ਟਾਈਮ ਟੂ ਟਾਈਮ ਜਿਹੜਾ ਇੰਟਰਨੈਸ਼ਨਲ ਲੈਵਲ ਤੋਂ ਵੀ ਖਿਡਾਰੀ ਜਾਂ ਪਲੇਅਰ ਜਾਂ ਹੋਰ ਸਾਰੇ ਇਹਦੇ ਪੱਖ 'ਚ ਆਏ ਆ। ਪਰ ਜੇ ਆਪਾਂ ਗੱਲ ਕਰੀਏ ਬਾਲੀਵੁੱਡ ਦੀ, ਹਿੰਦੀ ਫਿਲਮ ਇੰਡਸਟਰੀ ਦੀ, ਤੇ ਉਹਨ ਜਿਹੜਾ ਆ ਨਿਰਾਸ਼ ਕੀਤਾ ਇਸ ਧਰਨੇ ਦੇ ਜਾਂ ਧਰਨੇ ਦੇ ਪੱਖ 'ਚ ਕੋਈ ਸਟੇਟਮੈਂਟਾਂ ਦੇਣ 'ਚ, ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਦਿਓ। ਹਾਂਜੀ, ਤੁਸੀਂ ਇਹ ਬੜਾ ਵਧੀਆ ਸਵਾਲ ਜਿਹੜਾ ਕੀਤਾ ਆ ਵੀ ਪੰਜਾਬੀ ਫਿਲਮ ਇੰਡਸਟਰੀ ਜਾਂ ਜਿਹੜੀ ਆ ਬਾਲੀਵੁੱਡ ਨੇ ਵੀ ਇਸ ਸੰਘਰਸ਼ ਦੇ ਪ੍ਰਤੀ ਜਿਹੜੀ ਆ ਆਪਣੀ ਜ਼ਿੰਮੇਵਾਰੀ ਉਹ ਨਹੀਂ ਨਿਭਾਈ। ਤੁਸੀਂ ਦੇਖਿਆ ਕੱਲ੍ਹ ਹੀ ਆਹ ਮੁੰਡਾ ਉਹ ਬੰਬੇ ਦੇ ਵਿੱਚ ਉਹਨੇ ਅਜੇ ਦੇਵਗਨ ਨੂੰ ਘੇਰ ਕੇ ਹਾਂਜੀ ਉਹ ਵਿਰੋਧ ਜਤਾਇਆ ਵੀ ਤੁਸੀਂ ਪੱਗਾਂ ਬੰਨ੍ਹ ਕੇ ਤਾਂ ਫਿਲਮਾਂ ਤਾਂ ਤੁਸੀਂ ਬਣਾ ਸਕਦੇ ਆ, ਵੀ ਹੁਣ ਉਹ ਪੰਜਾਬ ਦੇ ਲੋਕ ਆਪਣਾ ਇੱਕ ਸੰਘਰਸ਼ ਲੜ ਰਹੇ ਆ। ਹਾਂਜੀ, ਵੀ ਤੁਹਾਡੀ ਜ਼ਮੀਰ ਕਿੱਦਾਂ ਆਜ਼ਾਦ ਦਿੰਦੀ ਆ ਵੀ ਤੁਸੀਂ ਵੀ ਕੁਛ ਉਹਦੇ ਉੱਤੇ ਨਾ ਤੁਸੀਂ ਉਹਨਾਂ ਦੇ ਪੱਖ ਦੇ ਵਿੱਚ ਖੜੋ। ਹਾਂਜੀ, ਇਹ ਤੁਸੀਂ ਬਿਲਕੁਲ ਸਹੀ ਕਿਹਾ। ਆ ਹੁਣ ਤੁਸੀਂ ਪਿਛਲੇ ਦਿਨ ਦੇਖਿਆ ਕਿ ਬਈ ਜਿਨ੍ਹਾਂ ਲੋਕਾਂ ਨੇ ਇੰਡਸਟਰੀ ਦੇ ਵਿੱਚੋਂ ਇਸ ਸੰਘਰਸ਼ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਆਵਾਜ਼ ਬੁਲੰਦ ਕੀਤੀ ਆ, ਤੇ ਸੈਂਟਰ ਗਵਰਨਮੈਂਟ ਨੇ ਆ ਹੁਣ ਛਾਪੇਮਾਰੀ ਉਹਨਾਂ ਦੇ ਉੱਤੇ ਜਿਹੜੀ ਆ ਉਹ ਕਰਵਾ ਕੇ ਉਹਨਾਂ ਨੂੰ ਡਰਾਉਣ ਦਾ, ਧਮਕਾਉਣ ਦਾ ਯਤਨ ਕੀਤਾ ਆ। ਔਰ ਜਿਹੜੇ ਮੈਂ ਸਮਝਦਾ ਆ ਜਿਹੜੇ ਲੋਕ ਉੱਥੇ ਬੈਠੇ ਆ, ਜਿਹੜੇ ਸਰਕਾਰ ਦੇ ਹੱਕ ਦੇ ਵਿੱਚ ਭੁਗਤਦੇ ਆ, ਉਹਨਾਂ ਨੂੰ ਬਹੁਤ ਮੂੰਹ ਦੀ ਖਾਣੀ ਪਈ ਆ। ਜਿੱਦਾਂ ਹੁਣ ਪਿਛਲੇ ਸਮੇਂ ਦੌਰਾਨ ਇੰਟਰਨੈਸ਼ਨਲ ਲੈਵਲ 'ਤੇ ਗ੍ਰੇਟਾ ਥਨਬਰਗ ਜਿਹੜੀ ਇੱਕ এনवायरमेंट ਦੇ ਉੱਤੇ ਬਹੁਤ ਵੱਡਾ ਉਹ ਲੜਕੀ ਜਿਹੜੀ ਉਹ ਕੰਮ ਕਰ ਰਹੀ ਆ। ਇਸੇ ਤਰੀਕੇ ਨਾਲ ਵਰਲਡ ਦੀ ਫੇਮਸ ਸਿੰਗਰ ਹੈਗੀ ਆ ਰਿਆਨਾ, ਉਹਨਾਂ ਨੇ ਜਿਹੜੇ ਇਸ ਦੇ ਹੱਕ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਟਵੀਟ ਕੀਤਾ, ਤੇ ਇੱਥੋਂ ਅਕਸ਼ੇ ਕੁਮਾਰ, ਤੰਦੂਲਕਰ ਵਰਗੇ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ। ਲੇਕਿਨ ਹੁਣ ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰ ਰਿਹਾ, ਦਾ ਵਾਸ਼ਿੰਗਟਨ ਪੋਸਟ, ਦਾ ਇਕਨੋਮਿਕਸ ਟਾਈਮ ਵਗੈਰਾ ਜਿਹੜੇ ਅਖਬਾਰਾਂ ਨੇ ਇਸ ਅੰਦੋਲਨ ਦੇ ਹੱਕ ਦੇ ਵਿੱਚ ਜਿਹੜੀ ਉਹ ਗੱਲਬਾਤ ਜਿਹੜੀ ਉਹ ਲਿਖੀ ਆ, ਤੇ ਹੁਣ ਇਹਨਾਂ ਦੇ ਮੂੰਹ ਨੂੰ ਤਾਲੇ ਲੱਗ ਗਏ ਆ ਬਈ ਹੁਣ ਇਹੋ ਬੋਲੇ ਤੱਕਰ ਵੀ ਨਹੀਂ ਹੋ। ਦੇਖੋ ਆਪਣਾ ਇਹ ਗੱਲ ਤੁਸੀਂ ਗ੍ਰੇਟਾ ਦੀ ਕੀਤੀ ਜਾਂ ਰਿਹਾਨਾ ਦੀ ਕੀਤੀ, ਇੰਟਰਨੈਸ਼ਨਲ ਲੈਵਲ ਤੇ ਉਹਨਾਂ ਦਾ ਇੱਕ ਨਾਂ ਆ, ਬਹੁਤ ਵੱਡਾ ਯੋਗਦਾਨ ਆ ਆਪਣੇ ਜਿੱਦਾਂ এনवायरमेंट ਦੇ ਸਿਸਟਮ ਉਹਦੇ ਵਿੱਚ। ਤੇ ਇੱਕ ਨਾਂ ਆਉਂਦਾ ਕੰਗਣਾ ਰਣੌਤ, ਇਹਦੇ ਬਾਰੇ ਵੀ ਤੁਸੀਂ ਕੋਈ ਦੋ ਸ਼ਬਦ ਕਹੋ ਜ਼ਰੂਰ।
ਕੰਗਣਾ ਰਣੌਤ ਇੱਕ ਬਿਮਾਰ ਮਾਨਸਿਕਤਾ ਦੀ ਉਹ ਮਤਲਬ ਕੁੜੀ ਆ, ਮਤਲਬ ਐਕਟਰ ਆ, ਤੇ ਉਹ ਮਤਲਬ ਇਸ ਢੰਗ ਨਾਲ ਬਿਹੇਵ ਕਰਦੀ ਜਿੱਦਾਂ ਜੋ ਮੈਂ ਕਹਿਤਾ ਇਹ ਦੁਨੀਆ ਦਾ ਇਹੋ ਹੀ ਮਤਲਬ ਸੱਚ ਹੈਗਾ ਆ। ਤੇ ਉਹ ਅਲੱਗ ਥਲ ਉਹ ਪੈ ਚੁੱਕੀ ਆ, ਉਹਨੂੰ ਤਾਂ ਆਪਣੀਆਂ ਭੱਜਣਾ ਪਈਆਂ ਆ, ਤੇ ਉਹ ਸੁਪਰੀਮ ਕੋਰਟ ਦੇ ਵਿੱਚ ਦੌੜੀ ਫਿਰਦੀ ਆ ਆਪਣੇ ਆਪ ਨੂੰ ਬਚਾਉਣ ਦੇ ਲਈ। ਹਾਂਜੀ, ਤੇ ਇਹ ਸਾਰਾ ਤਾਨਾਸ਼ਾਹੀ ਜਿਹੜਾ ਮੋਦੀ ਹਕੂਮਤ ਦੀ ਹੈਗੀ ਆ, ਤੇ ਉਹ ਜਿਹੜਾ ਹਿੰਦੂਤਵ ਦਾ ਜਿਹੜਾ ਏਜੰਡਾ ਆ, ਉਹ ਇਹ ਕੁਛ ਲੋਕ ਜਿਹੜੇ ਆ ਉਹ ਮੋਦੀ ਦੇ ਉਸ ਹਿੰਦੂਤਵ ਏਜੰਡੇ ਦੇ ਵਿੱਚ ਆ ਚੁੱਕੇ ਆ। ਹਾਂਜੀ, ਤੇ ਕੁਛ ਲੋਕ ਜਿਹੜੇ ਆ ਉਹ ਉੱਥੇ ਫਿਲਮ ਇੰਡਸਟਰੀ ਦੇ ਵਿੱਚ ਅੱਜ ਜਿੱਦਾਂ ਹੁਣ ਤੁਸੀਂ ਦੇਖਿਆ ਕਿ ਬਈ ਇਨਕਮ ਟੈਕਸ ਦੇ ਜਿਹੜੇ ਉਹ ਛਾਪੇ ਜਿਹੜੇ ਪਵਾ ਕੇ ਉਹਨਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਲੇਕਿਨ ਮੈਂ ਨਹੀਂ ਸਮਝਦਾ ਉੱਥੇ ਫਿਲਮ ਇੰਡਸਟਰੀ 'ਚ ਨਸੀਰੂਦੀਨ ਸ਼ਾਹ ਜੀ ਤੇ ਹੋਰ ਪੰਨੂ ਤਾਪਸੀ, ਹੋਰ ਲੋਕਾਂ ਨੇ ਬੜੀ ਜ਼ੋਰਦਾਰ ਢੰਗ ਦੇ ਨਾਲ ਸਾਡੇ ਇਸ ਅੰਦੋਲਨ ਨੂੰ ਬੜਾ ਜ਼ੋਰਦਾਰ ਢੰਗ ਦੇ ਨਾਲ ਜਿਹੜਾ ਉਹ ਸਮਰਥਨ ਜਿਹੜਾ ਦਿੱਤਾ ਆ। ਦੇਖੋ, ਕਿਸਾਨਾਂ ਦੀਆਂ ਸਾਰੇ ਜਥੇਬੰਦੀਆਂ ਤੇ ਜਿੱਦਾਂ ਆਪਣੇ ਮੰਤਰੀਆਂ ਵੱਲੋਂ ਆਪਣੇ ਤੋਮਰ ਜੀ, ਆਪਣੇ ਮੇਰਾ ਖਿਆਲ ਪਿਊਸ਼ ਗੋਇਲ ਜੀ ਵੀ ਬਹਿੰਦੇ ਰਹੇ ਆ ਉਹਦੇ ਵਿੱਚ, ਤੇ ਆਪਣੇ ਸੋਮ ਪ੍ਰਕਾਸ਼ ਜੀ ਵੀ ਬਹਿੰਦੇ ਰਹੇ ਆ। ਤੇ ਉਹਨਾਂ ਮੀਟਿੰਗਾਂ ਤੋਂ ਬਾਅਦ ਕੋਈ ਨਵੀਂ ਕੋਈ ਕਾਲ ਹੈ ਮੀਟਿੰਗ ਦੀ ਜਾਂ ਨਹੀਂ ਹਲੇ? ਮੈਂ ਇੱਕ ਦੋ ਚੀਜ਼ਾਂ ਦਾ ਜ਼ਿਕਰ ਕਰਨਾ ਚਾਹੂੰਗਾ। ਜਿਵੇਂ ਪਾਰਲੀਮੈਂਟ ਦੇ ਵਿੱਚ ਵੀ ਬੋਲਿਆ ਗਿਆ ਤੋਮਰ ਜੀ ਹੁਣਾਂ ਵੱਲੋਂ ਕਿ ਬਈ ਇਹਦੇ ਵਿੱਚ ਕਾਲਾ ਕੀ ਆ। ਮੈਂ ਤੁਹਾਨੂੰ ਦੱਸਦਾ ਕਿ ਵੀ ਸਾਡੀ ਲੀਡਰਸ਼ਿਪ ਨੇ ਜਦੋਂ ਮੀਟਿੰਗਾਂ ਹੋਈਆਂ, ਮਤਲਬ ਕੱਲੀ ਕਲੌਜ਼ ਦੇ ਉੱਤੇ ਬਹਿਸ ਕਰਕੇ ਇਹਨਾਂ ਨੂੰ ਲਾਜਵਾਬ ਕੀਤਾ ਔਰ ਦੱਸਿਆ ਵੀ ਆਹ ਤੁਹਾਡਾ ਜਿਹੜਾ ਕਾਨੂੰਨ ਆ ਇਸ ਕਾਰਨ ਇਹੋ ਮਤਲਬ ਗਲਤ ਹੈਗਾ ਆ। ਸਭ ਤੋਂ ਵੱਡੀ ਗੱਲ ਕੀ ਆ ਕਿ ਬਈ ਇਹ ਕਾਨੂੰਨ ਜਿਹੜਾ ਸੈਂਟਰ ਗਵਰਨਮੈਂਟ ਦੇ ਅਧੀਨ ਜਿਹੜਾ ਆ ਖੇਤੀ ਜਿਹੜਾ ਸੈਕਟਰ ਉਹ ਹੈ ਹੀ ਨਹੀਂ ਆ। ਇਹ ਜਿਹੜੀਆਂ ਸਟੇਟਾਂ ਦਾ ਅਧਿਕਾਰ ਆ, ਸਟੇਟਾਂ ਨੇ ਮਤਲਬ ਇਹ ਕਾਨੂੰਨ ਜਿਹੜੇ ਆ ਬਣਾਉਣੇ ਹੁੰਦੇ ਆ, ਤੇ ਸੈਂਟਰ ਨੂੰ ਉਹ ਜਿਸ ਹੱਕ ਹੀ ਨਹੀਂ ਹੈਗਾ। ਤੇ ਪਹਿਲੀ ਗੱਲ ਤਾਂ ਇਹ ਕਾਨੂੰਨ ਜਿਹੜਾ ਇੱਥੋਂ ਹੀ ਉਹ ਜਿਹੜਾ ਕਾਲਾ ਆ, ਤੇ ਇਹ ਕਾਨੂੰਨ ਜਿਹੜੇ ਤਿੰਨੇ ਹੀ ਆ ਇਹ ਇੱਕ ਦੂਜੇ ਦੇ ਨਾਲ ਬਿਲਕੁਲ ਮਤਲਬ ਜੁੜੇ ਹੋਏ ਆ, ਤੇ ਇਹ ਤਿੰਨੇ ਹੀ ਕਾਨੂੰਨ ਜਿਹੜੇ ਆ ਕਾਲੇ ਆ, ਬਿਲਕੁਲ ਕਿਸਾਨੀ ਦੇ ਹੱਕ 'ਚ ਨਹੀਂ ਹੋ, ਬਿਲਕੁਲ ਸਾਡੇ ਦੇਸ਼ ਦੀ ਲੋਕਾਂ ਦੇ ਉਹ ਬਿਲਕੁਲ ਹਿੱਤ 'ਚ ਨਹੀਂ ਹੋ। ਇਸੇ ਕਰਕੇ ਜਿਹੜਾ ਸਾਡੇ ਦੇਸ਼ ਦੇ ਜਨ ਨੇ ਇਹਦੇ ਜਿਹੜਾ ਸਮਰਥਨ ਦੇ ਵਿੱਚ ਆਪਣਾ ਪੂਰਾ ਜਿਹੜਾ ਯੋਗਦਾਨ ਆ ਉਹ ਪਾ ਰਹੇ ਆ। ਇੱਕ ਸਵਾਲ ਮੈਂ ਹੋਰ ਤੁਹਾਨੂੰ ਪੁੱਛਾਂਗਾ, ਜੋਗੀ ਸਰਕਾਰ ਦਾ ਕਿਸਾਨਾਂ ਤੇ ਲਾਠੀਚਾਰਜ ਕਰਨਾ ਜਾਂ ਖੱਟੜ ਸਰਕਾਰ ਦਾ ਜਦੋਂ ਕਿਸਾਨ ਇੱਧਰੋਂ ਪੰਜਾਬ ਵੱਲੋਂ ਨਿਕਲੇ ਆ ਉਹਦਾ ਸੜਕਾਂ ਪੱਟਣਾ, ਇਹ ਕੋਈ ਆਪਣੇ ਲੋਕਤੰਤਰ ਦੇ ਵਿੱਚ ਇਹ ਚੀਜ਼ਾਂ ਜਾਇਜ਼ ਨੇ ਜਾਂ ਕੀ ਨੇ ਇਹ? ਬਿਲਕੁਲ, ਤੁਸੀਂ ਜਿੱਥੇ ਜੋਗੀ ਸਰਕਾਰ ਦੀ ਗੱਲ ਕੀਤੀ ਆ ਜਾਂ ਖੱਟੜ ਸਰਕਾਰ ਦੀ ਕੀਤੀ ਆ, ਇਹ ਉਸ ਮੋਦੀ ਦੇ ਜਿਹੜੇ ਤਾਨਾਸ਼ਾਹ ਰਵੱਈਆ ਆ ਉਹਦਾ ਹੀ ਇਹੋ ਇੱਕ ਪਾਰਟ ਹੈਗੇ ਆ। ਤੇ ਉਹ ਮੋਦੀ ਦੀਆਂ ਜਿਹੜੀਆਂ ਗਲਤ ਨੀਤੀਆਂ ਆ, ਕਿਉਂਕਿ ਤੁਸੀਂ ਪਿਛਲੇ ਸਮੇਂ ਦੌਰਾਨ ਦੇਖਿਆ ਕਿ ਕਿਵੇਂ ਯੂਪੀ ਦੇ ਵਿੱਚ ਦਲਿਤ ਉਸ ਬੱਚੀ ਦੇ ਨਾਲ ਪਿੱਛੇ ਰੇਪ ਉਦੋਂ ਹੋਏ ਸੀਗੇ, ਤੇ ਜਾਂ ਹੋਰ ਵੀ ਘਟਨਾਵਾਂ ਬਾਰ-ਬਾਰ ਆਪਾਂ ਦੇਖ ਰਹੇ ਹਾਂ ਉੱਥੇ ਜਿਹੜੀਆਂ ਵਾਪਰ ਰਹੀਆਂ ਆ। ਮਤਲਬ ਉਹ ਧਿਆਨ ਜਿਹੜਾ ਆ ਲੋਕਾਂ ਦਾ ਉਸ ਪਾਸੇ ਤੋਂ ਉਠਾਉਣ ਦੇ ਲਈ ਉਹ ਇਹੋ ਜਿਹੇ ਪਾਸੇ ਇਸ ਅੰਦੋਲਨ ਦੇ ਉੱਤੇ ਜ਼ਬਰ ਕਰਕੇ ਲੋਕਾਂ ਦਾ ਧਿਆਨ ਜਿਹੜਾ ਡਿਵਰਟ ਕਰਨਾ ਚਾਹੁੰਦੇ ਆ। ਉਹ ਤਾਂ ਆਪਣੇ ਜਿਹੜੇ ਆ ਸਟੇਟਾਂ ਦੇ ਵਿੱਚ ਜਿਹੜਾ ਲੋਕਾਂ ਦਾ ਉਹ ਚੰਗੀ ਤਰੀਕੇ ਨਾਲ ਖਿਆਲ ਨਹੀਂ ਰੱਖ ਰਿਹਾ। ਤੁਸੀਂ ਆ ਹੁਣ ਪਿਛਲੇ ਦਿਨ ਵੀ ਦੇਖਿਆ ਕਿ ਵੀ ਉਹ ਇੱਕ ਜਿਹੜਾ ਰੇਪ ਦਾ ਕੇਸ ਸੀਗਾ, ਉਹਦੇ ਸੰਬੰਧ ਦੇ ਵਿੱਚ ਵੀ ਆ ਹੁਣ ਉਹ ਕੁੜੀ ਦੇ ਬਾਪ ਨੂੰ ਉਹ ਦੋਸ਼ੀ ਨੇ ਆ ਕੇ ਗੋਲੀ ਮਾਰ ਦਿੱਤੀ। ਮਤਲਬ ਉਹਨਾਂ ਸਟੇਟਾਂ ਦੇ ਵਿੱਚ ਤਾਂ ਉੱਦਾਂ ਹੀ ਬਹੁਤ ਬੁਰੀ ਹਾਲਤ ਆ ਲੋਕਾਂ ਦੀ, ਜਿਹੜੀ ਆ ਜੀਣਾ ਮਤਲਬ ਦੁੱਬਰ ਹੋਇਆ ਪਿਆ ਉੱਥੇ, ਤੇ ਉਹਨਾਂ ਤੋਂ ਹੋਰ ਚੰਗੀ ਕੁਛ ਆਸ ਨਹੀਂ ਕੀਤੀ ਜਾ ਸਕਦੀ ਇਹਨਾਂ ਤੋਂ, ਨਾ ਜੋਗੀ ਸਰਕਾਰ ਤੋਂ ਨਾ ਖੱਟੜ ਸਰਕਾਰ ਤੋਂ। ਦੇਖੋ, ਜਦੋਂ ਇੱਕ ਕਿਸਾਨ ਜਾਂ ਕੋਈ ਸੰਘਰਸ਼ਕਾਰੀ ਜਿਹੜੇ ਬੰਦੇ ਆ ਉਹ ਜਦੋਂ ਕੋਈ ਟਾਵਰ ਵਗੈਰਾ ਨੂੰ ਨੁਕਸਾਨ ਪਹੁੰਚਾਉਂਦੇ ਆ ਜਾਂ ਸਰਕਾਰੀ ਸੰਪત્ਤੀ ਨੂੰ ਨੁਕਸਾਨ ਪਹੁੰਚਾਉਂਦੇ ਆ ਤੇ ਉਹਨਾਂ ਦੇ ਪਰਚੇ ਦਰਜ ਹੁੰਦੇ ਆ, ਕੇਸ ਦਰਜ ਹੁੰਦੇ ਆ। ਪਰ ਜਦੋਂ ਇੱਕ ਖੱਟੜ ਸਰਕਾਰ ਨੇ ਖੁਦ ਸੜਕਾਂ ਪੱਟੀਆਂ ਤਾਂ ਕੀ ਉਹਦੇ ਉੱਤੇ ਇਹ ਜਿਹੜਾ ਕਾਨੂੰਨ ਲਾਗੂ ਨਹੀਂ ਹੁੰਦਾ? ਹੈ ਬਿਲਕੁਲ, ਤੁਸੀਂ ਜਿਹੜਾ ਸਹੀ ਕਿਹਾ ਕਿ ਬਈ ਉਹ ਜਿਹੜੇ ਆ ਇਹਨੇ ਦੇਸ਼ ਦੀ ਜਿਹੜੀ ਪ੍ਰੋਪਰਟੀ ਨੂੰ ਉਸ ਵੇਲੇ ਜਿਹੜਾ ਇੱਦਾਂ ਡਿਸਟਰਾਏ ਕੀਤਾ ਆ, ਜਿਹੜਾ ਖਰਾਬ ਕੀਤਾ ਆ, ਉਹ ਸਮਾਂ ਆਉਣ ਦੇ ਉੱਤੇ ਇਹਨਾਂ ਦੇ ਉੱਤੇ ਜਿਹੜੇ ਉਹ ਜ਼ਰੂਰ ਮਤਲਬ ਉਹ ਪਰਚੇ ਜਿਹੜੇ ਉਹ ਦਰਜ ਹੋਣਗੇ। ਤੇ ਹੁਣ ਤਾਂ ਉਹ ਆਪਣਾ ਤਾਨਾਸ਼ਾਹੀ ਜਿਹੜਾ ਰੁੱਖ ਜਿਹੜਾ ਅਖਤਿਆਰ ਕੀਤਾ ਆ ਕਾਰਪੋਰੇਟ ਘਰਾਣਿਆਂ ਦੇ ਨਾਲ। ਤੁਸੀਂ ਆ ਦੇਖੋ ਹੁਣ ਅਖਬਾਰਾਂ ਦੇ ਵਿੱਚ ਆ ਚੁੱਕਾ ਆ ਕਿ ਬਈ ਕਰੋਨਾ ਦੇ ਸਮੇਂ ਦੇ ਵਿੱਚ ਚਾਹੇ ਅਡਾਨੀਆਂ ਦੀ ਚਾਹੇ ਅਵਾਨੀਆਂ ਦੀ ਜਿਹੜੀ ਬੇਸ਼ੁਮਾਰ ਜਿਹੜੀ ਦੌਲਤ ਕਿਵੇਂ ਉਹ ਵਧੀ ਆ। ਲੋਕਾਂ ਦਾ ਜਿਹੜਾ ਆ ਜੀਵਨ ਪੱਧਰ ਵਾ
ਉਹ ਥੱਲੇ ਡਿੱਗਿਆ ਤੇ ਇਹਨਾਂ ਨੂੰ ਕਿਵੇਂ ਜਿਹੜੀਆਂ ਪ੍ਰਾਪਰਟੀਆਂ ਜਿਹੜੀਆਂ ਅਰਬਾਂ ਖਰਬਾਂ ਦੇ ਵਿੱਚ ਜਿਹੜੀਆਂ ਉਹ ਵਧੀਆਂ। ਤੇ ਇਹ ਕਾਨੂੰਨ ਵੀ ਜਿਹੜੇ ਹੈਗੇ ਆ ਇਹ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਕਹਿਣ ਤੇ ਹੀ ਜਾਂ ਉਹ ਕਾਰਪੋਰੇਟ ਘਰਾਣਿਆਂ ਨੇ ਹੀ ਬਣਾ ਕੇ ਇਹਨਾਂ ਨੂੰ ਦਿੱਤੇ ਆ ਤੇ ਅੱਗੇ ਲਾਗੂ ਕਰਨ ਦੀ ਜਿਹੜਾ ਯਤਨ ਕਰ ਰਹੇ ਆ। ਪਰ ਲੋਕ ਜਿਹੜੇ ਆ ਉਹ ਬਿਲਕੁਲ ਇਕਮੁੱਠ ਹੋ ਚੁੱਕੇ ਆ ਔਰ ਇਸ ਹਕੂਮਤ ਨੂੰ ਜਿਹੜਾ ਆ ਉਹ ਬਿਲਕੁਲ ਇਹ ਕਾਨੂੰਨ ਜਿਹੜੇ ਆ ਰੱਦ ਕਰਵਾ ਕੇ ਰਹਿਣਗੇ। ਜੇ ਕਿਸਾਨੀ ਸੰਘਰਸ਼ ਦੇ ਨਾਲ ਅਸੀਂ ਕਰੋਨਾ ਮਹਾਮਾਰੀ ਦੀ ਗੱਲ ਕਰੀਏ ਤਾਂ ਇੱਕ ਵਾਰੀ ਕਰੋਨਾ ਜਿਹੜਾ ਫਿਰ ਇਹ ਦਸਤਕ ਦੇ ਰਿਹਾ, ਹੁਣ ਕਾਫੀ ਸਖਤੀ ਆਪਣੇ ਪੰਜਾਬ 'ਚ ਵੀ ਕੀਤੀ ਹੋਈ ਆ, ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਸਰਕਾਰਾਂ ਸਾਨੂੰ ਆਮ ਪਬਲਿਕ ਨੂੰ ਜਿਹੜਾ ਉਹ ਤੰਗ ਕਰ ਲਈ ਜਾਂ ਸੰਘਰਸ਼ ਨੂੰ ਅਸੀਂ ਤਾਂ ਸਮਝਦੇ ਹਾਂ ਵੀ ਇਹੋ ਜਿਹਾ ਅਫਵਾਹਾਂ ਜਿਹੜੀਆਂ ਉਹ ਉਡਾ ਰਹੀਆਂ ਆ। ਤੇ ਤੁਸੀਂ ਦੇਖਿਆ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਪੋਤੀ ਦਾ ਵਿਆਹ ਸੀਗਾ, ਹਾਂਜੀ, ਉਹ ਲੋਕਾਂ ਨੂੰ ਤਾਂ ਕਹਿ ਰਹੇ ਆ ਕਿ ਵੀ ਕਰੋਨਾ ਆ ਰਿਹਾ, ਲੇਕਿਨ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਨੇ ਨਾ ਕੋਈ ਮਾਸਕ ਲਗਾਇਆ, ਨਾ ਕਿਸੇ ਦਾ ਚੀਜ਼ ਦਾ ਜਿਹੜਾ ਉਹ ਕੋਈ ਵੀ ਖਿਆਲ ਕਿਸੇ ਵੀ ਤਰੀਕੇ ਨਾਲ ਰੱਖਿਆ। ਹਾਂਜੀ, ਇਸੇ ਤਰੀਕੇ ਦੇ ਨਾਲ ਭਾਜਪਾ ਜਿਹੜੀ ਆ ਉਹ 5 ਰਾਜਾਂ ਦੇ ਵਿੱਚ ਜਿੱਥੇ ਮਤਲਬ ਹੁਣ ਇਲੈਕਸ਼ਨਾਂ ਕਰਵਾਉਣ ਜਾ ਰਹੀ ਆ ਉੱਥੇ ਕਰੋਨਾ ਕੋਈ ਨਹੀਂ ਹੈਗਾ, ਲੇਕਿਨ ਕਿਸਾਨ ਅੰਦੋਲਨ ਨੂੰ ਕੁਚਲਣ ਦੇ ਲਈ ਇਹ ਜਿਹੜੀਆਂ ਗੌਰਮੈਂਟਾਂ ਉਹ ਕਈ ਢੰਗ ਤਰੀਕੇ ਦੇ ਨਾਲ ਕੋਸ਼ਿਸ਼ਾਂ ਕਰਦੀਆਂ ਵੀ ਅਸੀਂ ਇਸ ਅੰਦੋਲਨ ਨੂੰ ਕਿਸੇ ਤਰੀਕੇ ਨਾਲ ਮਤਲਬ ਖਰਾਬ ਕਰੀਏ ਔਰ ਫੇਲ ਕਰੀਏ। ਤੁਹਾਡੇ ਕਹਿਣ ਦਾ ਇਹ ਮਤਲਬ ਆ ਵੀ ਜਿਹੜਾ ਕਰੋਨਾ ਦਾ ਹੈ ਦੁਆਰਾ ਫੇਰ ਜਿਹੜਾ ਪੱਤਾ ਖੇਡਿਆ ਜਾ ਰਿਹਾ ਹੈ ਤੇ ਇਹ ਇੱਕ ਸਿਰਫ ਕਿਸਾਨ ਅੰਦੋਲਨ ਨੂੰ ਕੁਚਲਣ ਦਾ ਇੱਕ ਹੈਗਾ ਜਿਹੜਾ? ਬਿਲਕੁਲ ਬਿਲਕੁਲ, ਇਹ ਇੱਕ ਸਟੰਟ ਆ ਸਰਕਾਰਾਂ ਦਾ ਔਰ ਜਿੱਥੇ ਸੈਂਟਰ ਸਰਕਾਰ ਇਹਦੇ ਲਈ ਮਤਲਬ ਦੋਸ਼ੀ ਆ ਉੱਥੇ ਪੰਜਾਬ ਸਰਕਾਰ ਵੀ ਇਹਦੇ ਲਈ ਬਰਾਬਰ ਦੋਸ਼ੀ ਆ। ਅੱਛਾ, ਜਾਂਦੇ ਜਾਂਦੇ ਗੁਰਨਾਮ ਜੀ, ਇੱਕ ਕਿਸਾਨੀ ਸੰਘਰਸ਼ ਨੂੰ ਜਿੱਦਾਂ 6 ਮਹੀਨੇ ਹੋ ਚੁੱਕੇ ਆ, ਇਹਦੇ ਉੱਤੇ ਹੁਣ ਜਿਹੜੀ ਆਉਣ ਵਾਲੀ ਕੋਈ ਰਣਨੀਤੀ ਜਾਂ ਕੋਈ ਇੱਕ ਸਰਕਾਰ ਵੱਲੋਂ ਤਾਂ ਮੇਰਾ ਖਿਆਲ ਕੋਈ ਕਾਲ ਹੈ ਨਹੀਂ, ਖੁੱਲੀ ਕਾਲ ਆ ਉਹਨਾਂ ਨੂੰ ਵੀ ਜਦੋਂ ਮਰਜ਼ੀ ਤੁਸੀਂ ਆ ਕੇ ਗੱਲ ਕਰ ਲਓ ਜੀ, ਇੱਦਾਂ ਦਾ ਕੋਈ ਸਪੈਸ਼ਲ ਕੁਝ ਨਹੀਂ ਹੈਗਾ। ਤੇ ਤੁਹਾਡੇ ਵੱਲੋਂ ਕੀ ਹੁਣ ਅਗਲੀ ਰਣਨੀਤੀ ਜਿਹੜੀ ਤਿਆਰ ਕੀਤੀ ਗਈ ਆ? ਹੋਰ ਦੇਖੋ ਸਾਡੀਆਂ ਕਿਸਾਨ ਜਥੇਬੰਦੀਆਂ ਦੀ ਪਿਛਲੇ ਦਿਨ ਜਿਹੜੀ ਉਹ ਮੀਟਿੰਗ ਹੋਈ ਸੀਗੀ ਤੇ ਉਹਦੇ ਵਿੱਚੋਂ ਨਹੀਂ ਅਗਲੀ ਜਿਹੜੀ ਰਣਨੀਤੀ ਜਿਹੜੀ ਉਹ ਸਾਰੀ ਉਹ ਤੈਅ ਕਰ ਦਿੱਤੀ ਆ। 6 ਤਰੀਕ ਨੂੰ ਦਿੱਲੀ ਰਿੰਗ ਰੋਡ ਜਿਹੜਾ ਆ ਉਹ ਘੇਰਿਆ ਜਾਣਾ ਆ, ਹਾਂਜੀ, ਤੇ ਉਹਦੇ ਉੱਤੇ ਜਿਹੜਾ KMP ਜਿਹੜਾ ਪੂਰਾ ਦਿੱਲੀ ਨੂੰ 4 ਚੁਫੇਰੇ ਜਿਹੜਾ ਆ ਉਹਦੇ ਉੱਤੇ ਉਹਨੂੰ ਬਲੌਕ ਕਰਨਾ 11 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ। ਤੇ ਹੋਰ ਵੀ ਜਿਹੜੇ ਪ੍ਰੋਗਰਾਮ ਆ ਉਹ ਸਾਰੇ ਜਿਹੜੇ ਉਹ ਮਤਲਬ ਦਿੱਤੇ ਗਏ ਆ ਤੇ ਉਹਨਾਂ ਨੂੰ ਪ੍ਰੋਗਰਾਮ ਨੂੰ ਲਾਗੂ ਕੀਤਾ ਜਾਊਗਾ। ਇੱਕ ਮੈਸੇਜ ਜਾਂਦੇ ਜਾਂਦੇ ਯੂਥ ਲਈ ਕਿ ਤਾਂ ਕਿ ਦੁਬਾਰਾ ਜਿਹੜਾ ਕਿਸਾਨ ਆਗੂ ਜਿਹੜੇ ਆ ਸੀਨੀਅਰ ਤਾਂ ਯੂਥ ਹੈ ਇਹਦੇ ਵਿੱਚ ਕੋਈ ਅੱਗੇ ਤੋਂ ਕੋਈ ਪਾੜ ਨਾ ਪਵੇ, ਇਹਦੇ ਬਾਰੇ ਇੱਕ ਮੈਸੇਜ ਜ਼ਰੂਰ ਦਿਓ। ਮੈਂ ਆਪਣੇ ਯੂਥ ਦੇ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਵੀ ਉਹ ਪੂਰੇ ਜੋਸ਼ੋ ਖਰੋਸ਼ ਨਾਲ ਜਿੱਦਾਂ ਪਹਿਲਾਂ ਇਸ ਅੰਦੋਲਨ ਦੇ ਵਿੱਚ ਆਪਣੀ ਜਿਹੜੀ ਯੋਗਦਾਨ ਜਿਹੜਾ ਉਹ ਪਾ ਰਹੇ ਸੀਗੇ ਤੇ ਹੁਣ ਵੀ ਉਹ ਆਪਣਾ ਜਿਹੜਾ ਉਹ ਯੋਗਦਾਨ ਉਹ ਪਾਉਣ ਤਾਂ ਜੋ ਅਸੀਂ ਜਿਹੜਾ ਆ ਹਕੂਮਤ ਦੀ ਇਹੋ ਦਹਿਸ਼ਤਗਰਦੀ ਆ ਔਰ ਇਹ ਕਾਲੇ ਕਾਨੂੰਨ ਆ ਉਹ ਆਪਾਂ ਇਕਮੁੱਠਤਾ ਦੇ ਨਾਲ ਇਹਨਾਂ ਨੂੰ ਰੱਦ ਕਰਵਾ ਸਕੀਏ। ਹੁਣ ਤੁਸੀਂ ਵਿਚਾਰ ਸੁਣੇ ਕਿਸਾਨ ਆਗੂ ਗੁਰਨਾਮ ਸਿੰਘ ਸਿੰਗੜੀਵਾਲ ਜੀ ਦੇ, ਤੇ ਇਹਨਾਂ ਨੇ ਜਿਵੇਂ ਦੱਸਿਆ ਕਿ ਕਿਸਾਨ ਅੰਦੋਲਨ ਆ ਜਿਹੜਾ ਬਿਲਕੁਲ ਸ਼ਾਂਤਮਈ ਰਹੂਗਾ, ਸ਼ਾਂਤਮਈ ਹੀ ਇਹਨੂੰ ਫਤਿਹ ਕੀਤਾ ਜਾਊਗਾ ਤੇ ਸਰਕਾਰ ਜਿੰਨੇ ਵੀ ਪੱਤੇ ਆਪਣੇ ਖੇਡ ਰਹੀ ਆ ਵਾਰ-ਵਾਰ ਕਦੀ ਖਾਲਿਸਤਾਨ ਵਾਲਾ, ਕਦੀ ਪਾਕਿਸਤਾਨ ਵਾਲਾ ਜਾਂ ਕਦੀ ਕਰੋਨਾ ਵਾਲਾ, ਇਹ ਨਹੀਂ ਚੱਲਣ ਦਿੱਤਾ ਜਾਊਗਾ। 10 ਟੈਲਰ ਨਿਊਜ਼ ਦੇ ਲਈ ਹਰਪਾਲ ਲਾਡਾ ਦੇ ਨਾਲ ਕੈਮਰਾਮੈਨ ਜਤਿੰਦਰ ਪ੍ਰਿੰਸ ਦੀ ਰਿਪੋਰਟ।